जोशी जी ने बड़ा लंबा ते दिलों इमोशनल गल की। जोशी जी मेरे नाल भी आई होया सी जिहड़ा तुहाडे नाल होया है। ताईओ जिहड़ा मैं आपां जदों गल्लां करदे ना आपां हर चीज़ पॉलिटिशियन ते ब्लेम करते हैं। पॉलिटिशियन माड़े है जी, पॉलिटिशियन ने आ करता, पॉलिटिशियन ने वो करता। मैं ब्लेम करता जनता नूं, क्योंकि जनता ਜਿਹੜੇ ਮਾੜੇ ਪੋਲੀਟੀਸ਼ੀਅਨ ਨੂੰ ਛੇਤੀ ਚੁਣਦੀ ਹੈ, ਚੰਗਿਆਂ ਨੂੰ ਚੁਣਦੀ ਨਹੀਂ। ਤੇ ਫਿਰ ਉਹਦੇ ਬਾਰੇ ਜਦੋਂ ਉਹਨੇ ਉਹ ਜਿਹੇ ਫੈਸਲੇ ਲੈਣੇ ਆ ਫਿਰ ਬਾਰ-ਬਾਰ ਕਿਉਂ ਚੁਣੀ ਜਾਂਦੇ ਆਪਾਂ ਉਹਨਾਂ ਨੂੰ। ਜਿਹਨੇ ਕੰਮ ਕੀਤਾ ਹੁਣ ਮੈਂ ਅੱਜ ਹੀ ਅਸੀਂ ਜੋਸ਼ੀ ਨਾਲ ਗੱਲ ਕਰ ਰਿਹਾ ਸੀ, ਆਮ ਆਦਮੀ ਪਾਰਟੀ ਕਹਿ ਰਹੀ ਹੈ ਅਬ ਕੀ ਬਾਰ ਆਮ ਆਦਮੀ ਨੂੰ ਆਪਣੇ ਲੋਕੀ ਕਹਿੰਦੇ ਆ ਚਲੋ ਐਕਤੀ ਇਹਨਾਂ ਨੂੰ ਦੇ ਦਿਓ। ਇਹਦਾ ਐਕਤੀ ਇਹਦਾ ਮਤਲਬ ਕਿ 5 ਸਾਲ ਹੋਰ ਖਰਾਬ ਕਰ ਦਿਓ। ਮੈਂ ਵੀ ਜਿਵੇਂ ਜੋਸ਼ੀ ਜੀ ਲੱਗੇ ਰਹੇ ਨਾ, ਮੈਂ ਵੀ ਫਰੀਦਕੋਟ ਪਾਰਲੀਮੈਂਟ 'ਚ ਪਹਿਲੀ ਵਾਰ ਇਲੈਕਸ਼ਨ ਲੜਿਆ। ਅਤੇ ਜਿਵੇਂ ਨਵੇਂ ਬੰਦੇ ਨੂੰ ਚਾਅ ਹੁੰਦਾ, ਮੈਂ ਬਾਦਲ ਸਾਹਿਬ ਚੀਫ ਮਿਨਿਸਟਰ ਸੀ, ਮੈਂ ਬਾਹਰੋਂ ਪੜ੍ਹ ਕੇ ਆਇਆ ਸੀ ਅਤੇ ਮੈਨੂੰ ਖੜ੍ਹਾ ਕਰਤਾ। ਮੈਂ MBA ਕੀਤੀ ਸੀ ਅਤੇ ਮੈਂ ਇੱਕ ਇੰਨੀ ਮਿਹਨਤ ਕੀਤੀ, ਮੈਨੂੰ ਲੱਗਦਾ ਇੱਕ ਇੱਕ ਚੀਜ਼ ਦੀ ਪ੍ਰੋਬਲਮ ਸੋਲਵ ਕੀਤੀ ਉੱਥੇ। ਪਰ ਉਹਦੇ ਬਾਅਦ ਵਾਜਪਾਈ ਜੀ ਦੀ ਸਰਕਾਰ ਟੁੱਟ ਗਈ ਅਤੇ ਇਲੈਕਸ਼ਨ ਹੋ ਗਿਆ ਅਤੇ ਮੈਂ ਵੀ ਲਿਸਟਾਂ ਬਣਾਉਣ ਲੱਗ ਗਿਆ ਜੋਸ਼ੀ ਜੀ ਵਾਂਗੂ, ਮੈਂ ਇੰਨਾ ਕੀਤਾ ਇੰਨਾ ਕੀਤਾ ਅਤੇ ਮੈਨੂੰ ਵੀ ਹਰਾਤਾ। ਅਤੇ ਮੈਨੂੰ ਸਮਝ ਨਾ ਆਏ ਕਿ ਮੈਂ ਹਰ ਸਟੇਜ 'ਤੇ ਜਾਂਦਾ ਸੀ ਜੋਸ਼ੀ, ਮੈਂ ਤੁਹਾਡੇ 10 ਚੀਜ਼ਾਂ 50 ਚੀਜ਼ਾਂ ਗਿਣਾਉਂਦਾ ਸੀ, ਪਰ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਹੈ। ਤੁਹਾਡੇ 'ਚੋਂ ਕੋਈ ਬਠਿੰਡੇ ਗਿਆ? ਤੁਸੀਂ ਜਾਂਦੇ ਰਹਿੰਦੇ ਹੋ ਬਠਿੰਡੇ? ਨਹੀਂ, ਤੁਸੀਂ ਬਠਿੰਡਾ ਪਹਿਲੇ ਕੀ ਸੀ ਅਤੇ ਹੁਣ ਦੇਖਿਆ ਜ਼ਮੀਨ ਆਸਮਾਨ ਦਾ ਫਰਕ ਹੈ ਨਾ। ਅਤੇ ਅਸੀਂ ਡਿਵੈਲਪਮੈਂਟ ਕਰਾਈ, ਨਹੀਂ ਨਜ਼ਰ ਆ ਰਹੀ ਹੈ ਨਾ, ਅਤੇ ਅਸੀਂ 35,000 'ਤੇ ਹਾਰੇ ਉੱਥੋਂ। ਮੇਰੀ ਵਾਈਫ ਜਿਹਨੇ ਦਿਨ ਰਾਤ ਮਿਹਨਤ ਕੀਤੀ, ਗਲੀਆਂ ਜਾ ਕੇ ਨਰਕ 'ਚੋਂ ਕੱਢ ਕੇ ਲੋਕਾਂ ਦੀ ਇਹ ਜ਼ਿੰਦਗੀ ਬਦਲ ਦਿੱਤੀ। ਅਤੇ ਮੈਨੂੰ ਲੱਗਦਾ ਤੁਸੀਂ ਉਹ ਸ਼ਹਿਰ 'ਚ ਐਂਟਰ ਕਰੋਗੇ ਤੁਹਾਨੂੰ ਅੰਮ੍ਰਿਤਸਰ ਤੋਂ ਵੀ ਜ਼ਿਆਦਾ ਸੋਹਣਾ ਲੱਗੂਗਾ। ਸਾਰਾ ਕੁਛ ਕਿ ਕੋਨੇ ਕੋਨੇ ਜਾ ਕੇ, ਏਮਸ ਤੋਂ ਲੈ ਕੇ, ਸੈਂਟਰਲ ਯੂਨੀਵਰਸਿਟੀ ਤੋਂ ਲੈ ਕੇ, ਏਅਰਪੋਰਟ ਤੋਂ ਲੈ ਕੇ, ਮੈਨੂੰ ਲੱਗਦਾ ਉੱਥੇ ਪਹਿਲੇ ਹਰ ਦੂਜੇ ਪਾਸੇ ਰੇਲਵੇ ਫਾਟਕ ਹੁੰਦਾ ਸੀ। ਮੈਂ ਕਹਿੰਦਾ ਚੇਂਜ ਕਰਤਾ, ਐਜ ਆ ਇੰਡਸਟਰੀ ਲਿਆਤੀ, ਸਾਰਾ ਕੁਛ ਲਿਆਤਾ। ਉਹ ਇਲੈਕਸ਼ਨ ਲੜੀ ਕਰਕੇ, ਸਾਰਾ ਕੁਛ 3 ਸਾਲਾਂ ਕਰਕੇ ਇਲੈਕਸ਼ਨ ਲੜੀ 35,000 'ਤੇ। ਫਿਰ ਜਦੋਂ ਇਹ ਜਿਹੇ ਫੈਸਲੇ ਹੁੰਦੇ ਹੈ ਫਿਰ ਚੰਗੇ ਪੋਲੀਟੀਸ਼ੀਅਨਸ ਡਿਮੋਰਲਾਈਜ਼ ਹੋ ਜਾਂਦੇ ਹੈ, ਚੰਗੇ ਲੋਕ ਡਿਮੋਰਲਾਈਜ਼ ਹੋ ਜਾਂਦੇ ਹੈ। ਤੁਸੀਂ ਇੱਕ ਹੋਰ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ ਅੰਮ੍ਰਿਤਸਰ ਦਾ। ਪਿਛਲੀ ਵਾਰ ਅੰਮ੍ਰਿਤਸਰ ਸ਼ਹਿਰ ਕੀ ਸੀ ਅਤੇ 10 ਸਾਲਾਂ 'ਚ ਮੈਂ ਕੀ ਕੀਤਾ। ਤੁਸੀਂ ਜਿੱਥੇ ਗੋਲਡਨ ਗੇਟ ਹੈ ਨਾ, ਗੋਲਡਨ ਗੇਟ ਤੋਂ ਤੁਸੀਂ ਜਿੱਥੇ ਪਹੁੰਚਦੇ ਹੋ ਜਿਹੜਾ ਉੱਚੇ ਪੁਲ ਤੱਕ, ਭੰਡਾਰੀ ਪੁਲ ਤੱਕ, ਸਿੰਗਲ ਸੜਕ ਹੁੰਦੀ ਸੀ, ਕੱਚੇ ਹੁੰਦਾ ਸੀ ਰਾਹ, ਮੀਂਹ ਪੈ ਜਾਂਦਾ ਸੀ, ਟੋਏ ਹੁੰਦੇ ਸੀ, ਅਤੇ ਇੱਥੇ ਕੋਈ ਨਾ ਹੋਟਲ ਸੀ ਨਾ ਸ਼ਾਪਿੰਗ ਮਾਲ ਸੀ, ਕੋਈ ਆਈ ਨਹੀਂ ਬਣ ਨਹੀਂ ਸਕਦਾ ਸੀ ਕਿ ਸੜਕ ਹੀ ਇੰਨੀ ਮਾੜੀ ਸੀ। ਮੈਂ ਆਪ ਬਹਿ ਕੇ ਡਿਜ਼ਾਈਨ ਕੀਤੀ, ਇੰਨੀਆਂ 4 ਲੇਨ ਰੋਡ, ਫਲਾਈਓਵਰ ਸਾਰਾ ਕਰਕੇ ਬਣਾਤਾ। ਤੁਸੀਂ ਦੇਖ ਲਓ ਪੂਰੇ ਸ਼ਹਿਰ 'ਚ ਮੈਂ ਮਹੀਨੇ 'ਚ ਹਫ਼ਤੇ ਐਵਰੀ ਮੰਡੇ ਮੈਂ ਆਉਂਦਾ ਸੀ ਇੱਥੇ ਅੰਮ੍ਰਿਤਸਰ ਜਦੋਂ ਡਿਪਟੀ CM ਸੀ, ਕਿਉਂਕਿ ਮੇਰੇ ਮਨ 'ਚ ਪੈਸ਼ਨ ਸੀ ਕਿ ਗੁਰੂ ਦੀ ਨਗਰੀ ਨੂੰ ਬਣਾਉਣਾ ਹੈ। ਜਿਹੜੇ BRTS ਸਿਸਟਮ ਮੈਂ ਖੜ ਕੇ ਕਰਾਉਂਦਾ ਸੀ, ਜਿਵੇਂ ਆਪਾਂ ਕੀਤੇ ਯਾਰ ਡਿਵਾਈਡਰਸ ਲਾਇਆ, ਇਹ ਕੀਤਾ, ਹੈਰੀਟੇਜ ਸਟਰੀਟ 'ਤੇ ਬਹਿ ਕੇ ਮੈਂ ਮੈਨੂੰ ਮੇਰੇ ਮਨ 'ਚ ਲੱਗਿਆ ਕਿ ਯਾਰ ਮੈਂ ਐਕਤੀ ਲੰਬੀ ਦੀ ਜਗ੍ਹਾ ਐਕਤੀ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਾਂ। ਮੇਰੇ ਮਨ ਸੀ ਇਸ ਇਲੈਕਸ਼ਨ 2017 'ਚ, ਚਲੋ ਬਚ ਗਿਆ ਮੈਂ। ਨਹੀਂ ਫਿਰ ਹੁਣ ਤਾਈਓ ਮੈਨੂੰ ਲੱਗਦਾ ਹੈ ਕਿ ਹੁਣ ਮੈਂ ਜੋਸ਼ੀ ਜੀ ਨਾਲ ਗੱਲ ਕਰ ਰਿਹਾ, ਜੋਸ਼ੀ ਜੀ ਨੀਵੀਂ ਜੀ ਬਾਈ ਬੈਠਾ ਉੱਥੋਂ,
ਉਹ ਅਸੀਂ ਗਏ ਸੀ ਕਿਤੇ ਮੈਂ ਕਿਹਾ ਜੋਸ਼ੀ ਹੁਣ ਤਾਂ ਅੱਖਾਂ ਮੀਚ ਕੇ ਦੇਖੀ ਚੱਲ, ਹੁਣ ਜਿਹੜਾ ਆਊਗਾ ਤਾਂ ਉਹੀ ਹੋਊਗਾ, ਦੇਖੀ ਜਾਵਾਂਗੇ। ਮੈਰਿਟ ਤੇ ਆਪਾਂ ਚਾਹੁੰਦੇ ਹਾਂ ਸਾਰਾ ਕੰਮ ਮੈਰਿਟ ਤੇ, ਜਦੋਂ ਤੁਹਾਡੀ ਵਾਰੀ ਆਉਂਦੀ ਹੈ ਮੈਰਿਟ ਤੇ ਫੈਸਲਾ ਕਰਨ ਦਾ, ਆਪਾਂ ਕਰਦੇ ਨਹੀਂ। ਨਵਜੋਤ ਸਿੱਧੂ ਨੇ ਡੱਕਾ ਨਹੀਂ ਤੋੜਿਆ। ਨਵਜੋਤ ਸਿੱਧੂ ਸਭ ਤੋਂ ਕਰਪਟ ਨਵਜੋਤ ਸਿੱਧੂ ਸਾਡੇ ਕੋਲ ਪ੍ਰੂਫ ਹੈ। ਨਾ ਉਹਨੂੰ ਬੋਲਣ ਦੀ ਅਕਲ, ਨਾ ਉਹ ਹੰਕਾਰ। ਮੈਂ ਨਵਜੋਤ ਸਿੱਧੂ, ਮੈਂ ਕਿਹਦਾ ਬੇਟਾ ਉਹ, ਮੈਨੂੰ ਸਾਰਿਆਂ ਨੂੰ ਦੱਸਦਾ ਉਹਨੇ, ਮੈਂ ਨਵਜੋਤ ਸਿੰਘ ਭਗਵਾਨ ਸਿੰਘ, ਮਤਲਬ ਲੋਕਾਂ ਨੂੰ ਰਟਾਤ ਆ ਗਈ ਭਗਵਾਨ ਕਿਹਦਾ ਬੇਟਾ ਹੈ, ਹੁਣ ਪਤਾ ਨਹੀਂ ਕੀ ਹੈ। ਮੈਂ ਆ ਕਰੂੰਗਾ, ਮੈਂ ਆ ਜਿਹਦੇ ਚ ਮੈਂ ਹੋ ਜੇ, ਉਹ ਸੋਚਦਾ ਕਿ ਦੂਜੇ ਤੱਕ ਕੁਛ ਹੈ ਹੀ ਨਹੀਂ, ਮੈਂ ਹੈ। ਹੁਣ ਕੀ ਇਹ ਜਿਹਾ ਇਨਸਾਨ ਲੋਕਲ ਬੋਡੀ ਮਿਨਿਸਟਰ ਸੀ ਤੁਹਾਡੇ ਅੰਮ੍ਰਿਤਸਰ ਦਾ, ਮੈਨੂੰ ਇੱਕ ਇੱਟ ਦੱਸ ਦਿਓ ਜਿਸ ਦਿਨ ਪਹਿਲੇ ਲੋਕਲ ਬੋਡੀ ਮਿਨਿਸਟਰ ਨੇ ਹੈਰੀਟੇਜ ਜੇ ਸਟਰੀਟ ਹੈ, ਅਸੀਂ ਉਹਦੀ ਕਾਰਪੋਰੇਸ਼ਨ ਬਣਾਈ ਸੀ ਜਿਹਦੇ ਨਾਲ ਸਫਾਈ ਹੁੰਦੀ ਸੀ, ਸਾਰੀਆਂ ਬੰਦ ਕਰਤੀਆਂ ਨੇ, ਨਾ ਸਫਾਈ ਵੀ ਖਰਾਬ ਹੋ ਗਈ, ਸਾਰਾ ਕੁਛ ਜਿੰਨੇ ਅਸੀਂ ਕੰਮ ਕੀਤੇ ਇੱਕ ਇੱਟ ਨਹੀਂ ਲਈ, ਸਾਰੇ ਜਦੋਂ ਦਾ ਰਿਹਾ ਸਾਰਾ ਤੋੜ ਕੇ। ਪਰ ਲੋਕੀ ਕਹਿੰਦੇ ਨਵਜੋਤ ਸਿੱਧੂ ਨੂੰ ਵੋਟ ਪਾ ਦਿਓ, ਕੀ ਕਰੀਏ। ਹੁਣ ਪੰਜਾਬ ਇੱਥੇ ਟੂਰਿਜ਼ਮ ਵਧਾਉਣ ਵਾਸਤੇ ਹਰੀਕੇ ਲੇਕ 'ਚ ਮੈਂ ਵਾਟਰ ਬੱਸ ਇੰਟਰੋਡਿਊਸ ਕੀਤੀ ਸੀ ਕਿ ਉੱਥੇ ਲੋਕੀ ਬੜੇ ਚੱਲਣ ਲੱਗ ਗਏ ਸੀ, ਲੋਕੀ ਜਾਂਦੇ ਸੀ ਹਰੀਕੇ ਦੇ ਵਿੱਚ ਬੱਚ। ਹਾਂ ਹਰੀਕੇ ਨਹੀਂ, ਆਹ ਤਾਂ ਸੁਖਬੀਰ ਬਾਦਲ ਲੱਗੀ ਤਾਂ ਉਹਨੂੰ ਤਾਂ ਬੰਦ ਕਰਕੇ ਲੌਕ ਕਰਤੀ ਅਗਲੇ ਦਿਨ। ਹੁਣ ਮੈਨੂੰ ਕੋਈ ਫਰਕ ਪੈਂਦਾ ਲੌਕ ਕਰਦੇ, ਮੈਨੂੰ ਕੀ ਫਰਕ ਪੈਂਦਾ। ਮੇਰਾ ਮਤਲਬ ਕੋਈ ਡਿਸਟਰਕਟਿਵ ਪੋਲੀਟੀਸ਼ੀਅਨ ਹੁੰਦੇ ਆ, ਕੋਈ ਕੰਸਟਰਕਟਿਵ ਪੋਲੀਟੀਸ਼ੀਅਨ। ਹੁਣ ਜੇ ਮੈਂ ਡਿਸਟਰਕਟਿਵ ਹੀ ਹੋਣ ਲੱਗ ਜਾਂ, ਨਵਜੋਤ ਸਿੱਧੂ ਜੀ ਆ ਕਾਂਗਰਸ ਦੀ ਡਿਸਟਰਕਟਿਵ ਹੈ, ਡਿਸਟਰਕਟਿਵ। 3 ਮਹੀਨੇ ਹੋ ਗਏ ਇੱਕੋ ਹੀ ਕੰਮ ਕੀਤਾ, ਸੁਖਬੀਰ ਸਿੰਘ ਬਾਦਲ ਦੇ ਤੇ ਵਿਕਰਮ ਮਜੀਠੀਆ ਦਾ ਝੂਠਾ ਕੇਸ ਕਰਨਾ। ਡੇਲੀ ਡੀਐਸ ਆਪਣੇ ਡੀਜੀਪੀ ਨੂੰ ਬੁਲਾ ਲੈਂਦੇ ਸੀ, 3 ਮਹੀਨੇ ਲਗਾਤਾਰ। 3 ਡੀਜੀਪੀ ਨੇ ਕਿਹਾ ਨਹੀਂ ਹੋ ਹੀ ਨਹੀਂ ਸਕਦਾ, ਅਸੀਂ ਕਿਵੇਂ ਝੂਠਾ ਕੇਸ ਬਣਾ ਲਾਂਗੇ, ਦੇ ਉਹਨੂੰ ਚੇਂਜ ਕਰ, ਤੂੰ ਨਹੀਂ ਕਰ ਸਕਦਾ, ਆਊਟ। ਫਿਰ ਉਹਨੇ ਡੀਜੀਪੀ ਦੇ ਬਦਲੇ ਫਿਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਡਾਇਰੈਕਟ ਚੰਨੀ ਤੇ ਸੁੱਖੀ ਰੰਧਾਵਾ ਤੇ ਇਹਨਾਂ ਨੇ ਬੁਲਾਇਆ ਕਿ ਕੇਸ ਰਜਿਸਟਰ ਕਰੋ ਸੁਖਬੀਰ ਸਿੰਘ ਬਾਦਲ ਤੇ SIT ਨੂੰ ਬੁਲਾਇਆ, ਜਿਹੜੀ ਸਾਡੇ ਹਾਈ ਕੋਰਟ ਨੇ ਬਣਾਈ ਸੀ, ਉਹਨਾਂ ਨੂੰ ਬੁਲਾਇਆ ਕਿ ਤੁਸੀਂ ਕਰੋ। ਉਹ ਕਹਿੰਦੇ ਜੀ ਕਿ ਹਾਊ ਕੈਨ ਵੀ ਡੂ, ਬਦਲ ਦਿਓ। ਸਿੱਟ ਬਦਲਦੀ, ਆਪਣਾ ਜਿਹੜਾ ਬਿਊਰੋ ਇਨਵੈਸਟੀਗੇਸ਼ਨ ਨੇ ਲਿਖ ਕੇ ਦੇਤਾ, ਡਾਇਰੈਕਟਰਾਂ ਨੇ ਲਿਖ ਕੇ ਦੇਤਾ ਕਿ ਨਹੀਂ ਹੋ ਸਕਦਾ, ਗਲਤ ਹੈ। ਫਿਰ SSP ਬੁਲਾ ਲਏ, SSP ਨੇ ਕਹਿਤਾ ਕਿ ਅਸੀਂ ਨਹੀਂ ਕਰ ਸਕਦੇ। SSP ਦੇਖੋ ਜੀ, CM ਕਹਿੰਦੇ ਨਹੀਂ ਕਰ ਸਕਦੇ। ਫਿਰ ਇਹਨਾਂ ਨੇ ਚੱਤੋਪਾਧੇ ਲਿਆਂਦਾ। ਕੌਣ ਹੈ ਚੱਤੋਪਾਧੇ? ਇਹਨੂੰ ਪਹਿਲੇ ਕੈਪਟਨ ਨੇ ਮੇਰੇ ਖਿਲਾਫ ਵਰਤਿਆ ਸੀ ਜਦੋਂ ਮੇਰੇ ਤੇ ਕੇਸ ਰਜਿਸਟਰ ਗਿਆ ਸੀ, ਇਹਨੇ ਕੀਤਾ ਸੀ ਉਦੋਂ। ਹੁਣ ਇਹਨੂੰ DGP ਨਹੀਂ, ਇਹਦਾ ਨਾਂ ਗਿਆ ਸੀ, UPSC ਨੇ ਕਿਹਾ ਜੀ ਇਜ਼ ਮੋਸਟ ਕਰਪਟ ਐਂਡ ਇੰਟੀਗ੍ਰੇਟ, ਇਹਨੂੰ DGP ਨਹੀਂ ਲਾ ਸਕਦੇ ਤੁਸੀਂ, ਇਹਦਾ ਨਾਂ ਰਿਜੈਕਟ ਹੋਇਆ। ਚੱਤੋਪਾਧੇ ਨੂੰ ਕਿਹਾ ਤੈਨੂੰ DGP, ਤੇਰਾ ਸੁਪਨਾ ਨਾ DGP ਬਣਨਾ, ਅਸੀਂ ਪੂਰਾ ਕਰ ਦਿੰਦੇ ਹਾਂ, ਪਰ ਕੰਡੀਸ਼ਨ ਇੱਕ ਹੈ, ਤੂੰ ਪਰਚਾ ਦੇ ਦੇ। UPSC ਨੇ ਕੱਲ ਫਿਰ ਤੋਂ ਲਿਖ ਕੇ ਭੇਜਤਾ ਕਿ ਰਿਮੂਵ ਹਿਮ, ਕਿ ਹਾਊ ਕੈਨ ਯੂ ਹੈਵ ਹਿਮ ਐਜ਼ ਅ DGP। ਉਦੋਂ ਪਰਚਾ, ਅੱਛਾ ਪੁਲਿਸ ਸਟੇਸ਼ਨ 'ਚ ਵੀ ਨਹੀਂ, ਕਿਸੇ ਡਿਸਟ੍ਰਿਕਟ ਅੱਜ ਤੱਕ ਪਹਿਲੀ ਵਾਰ ਹੋਇਆ ਕਿ ਨਹੀਂ ਤਾਂ ਪਰਚੇ ਹੁੰਦੇ ਆ ਡਿਸਟ੍ਰਿਕਟ 'ਚ। ਇਹਨਾਂ ਨੇ ਆਪਣੇ DGP ਆਫਿਸ ਦੇ ਅੰਦਰ ਇੱਕ ਪੁਲਿਸ ਸਟੇਸ਼ਨ ਕ੍ਰੀਏਟ ਕਰਕੇ ਉਹਦੇ ਪਰਚਾ ਕਾਗਜ਼ਾਂ 'ਚ ਮੇਰਾ ਮਤਲਬ ਹੈ ਡਿਸਟਰਕਟਿਵ। ਤੁਸੀਂ 3 ਮਹੀਨੇ ਤੁਹਾਡੇ ਕੋਲੇ ਹੈਗੇ, ਤੁਸੀਂ ਘੱਟ ਤੋਂ ਘੱਟ ਕੰਮ ਕਰੋ, ਕੋਈ ਵਾਅਦੇ ਪੂਰੇ ਕਰੋ। ਕਹਿੰਦੇ ਸਾਡਾ ਇੱਕੋ ਇੱਕ ਵਾਅਦਾ ਹੈ, ਇਹਨਾਂ ਸਾਰਿਆਂ ਦੇ ਬਿਆਨ ਦੇਖ ਲਓ, ਇੱਕੋ ਇੱਕ ਵਾਅਦਾ ਹੈ, ਸੁਖਬੀਰ ਸਿੰਘ ਬਾਦਲ ਨੂੰ ਅੰਦਰ ਕਰਨਾ ਹੈ, ਵਿਕਰਮ ਮਜੀਠੀਆ ਨੂੰ ਅੰਦਰ ਕਰਨਾ, ਹੋਰ 5 ਸਾਲ ਦਾ ਕੋਈ ਵਾਅਦਾ ਹੀ ਹੈ ਨਹੀਂ ਇਹਨਾਂ ਕੋਲੇ। ਇਹਨਾਂ ਦੀਆਂ ਸਪੀਚਾਂ, ਕਾਂਗਰਸ ਦੇ ਸਪੀਚਾਂ ਦੇਖ ਲਓ, ਕਿਸੇ ਨੇ ਕਿਤੇ ਨਹੀਂ ਕਹਿੰਦੇ ਕਿ ਅਸੀਂ ਆਹ ਕੀਤਾ। ਅਸੀਂ ਸਾਡੀ ਸਪੀਚ ਅਸੀਂ ਇਕੱਲੇ ਹੀ ਆਈ ਕਹਿੰਦੇ ਅਸੀਂ ਕੀਤਾ ਕੀ ਹੈ। ਸੋ ਮੇਰਾ ਜਿਹੜਾ ਕਹਿਣ ਦਾ ਭਾਵ ਹੈ ਕਿ ਫੈਸਲਾ ਤੁਹਾਡੇ ਹੱਕ 'ਚ ਹੈ। ਮੈਂ ਤੁਸੀਂ ਸਾਰੇ ਬੜੇ ਬਿਜ਼ਨਸ ਨਾਲ ਸੰਬੰਧ ਕਰਦੇ ਹੋ, ਇੱਕੋ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ, ਤੁਸੀਂ ਚੀਫ ਮਿਨਿਸਟਰ ਜਿਹਨੂੰ ਬਣਾਉਣਾ ਨਾ, ਚੀਫ ਮਿਨਿਸਟਰ ਚੁਣ ਲਓ।
चीफ मिनिस्टर एक रेल गड्डी है, चीफ मिनिस्टर इंजन है, मंत्री डब्बे है। जे इंजन रुक जाता है तो डब्बे भी रुक जाते हैं। इंजन चलता है, जे स्पीड ना चलता है, जिस स्पीड ना चलता है, वो सारा कुछ इंजन पर डिपेंडेंट है, वो चीफ मिनिस्टर पर डिपेंडेंट है। जे तुसी सही चीफ मिनिस्टर चुन लिया तो तुसी पंजाब नूं अगे लै जाओगे, जे गलत चुन लिया तो फिर तुहानूं किसी नूं कोई आ लैक्चर करने की लोड़ ही नहीं। तुसी देख लो, कैप्टन नूं चुनिया इंजन, तुसी 5 साल रुक, सारा काम उत्थे रुक गया, फार्म हाउस निकलिया। हुण तुहाडे कोल चॉइस है। बीजेपी चलो उन्होंने भी अपना कोई कैंडिडेट देना, पर मैनूं लगदा उन्हां दी दाल गल ही नहीं। तो हुण आम आदमी पार्टी चीफ मिनिस्टर फेस देखो कौन है। कांग्रेस का एक तो वही मिसगाइडेड, थोड़ी अमृतसर वाला मिसगाइडेड मिसाइल। जे तुसी मैं क्रक्स सारी चीज है चीफ मिनिस्टर फेस। ਜਿਹੜੇ ਆਪਾਂ ਗੱਲਾਂ ਚ ਆ ਜਾਂਦੇ ਆ ਕਿ ਐਕਟੀ ਇਹਨੂੰ ਮੌਕਾ ਦੇ ਦਿਓ। ਤੁਸੀਂ ਆਪਣੇ ਬਿਜ਼ਨਸ 'ਚ ਕਿਤੇ ਰਿਸਕ ਲਿਆ ਹੈ ਕਿ ਕਿਤੇ? ਆਪਾਂ ਦੇਖਦੇ ਆ ਸੇਫ। ਆਮ ਆਦਮੀ ਪਾਰਟੀ ਦਾ ਕਦਾਰ ਦੇਖ ਲਓ। ਪਹਿਲੀ ਵਾਰ ਆਮ ਆਦਮੀ ਪਾਰਟੀ ਦੇ 4 MP ਜਿੱਤੇ, 3 ਭੱਜ ਗਏ, ਛੱਡ ਕੇ ਭੱਜ ਗਏ। ਕੇਜਰੀਵਾਲ ਦੇ ਨਾਲ ਜਦੋਂ ਅੰਨਾ ਦਾ ਅੰਦੋਲਨ ਸੀ, ਕਿੰਨੀ ਵੱਡੀ ਟੀਮ ਸੀ, ਕਿੰਨੇ ਫੇਸਿਸ ਸੀ ਸਾਰੇ। ਇਹਨੇ ਅੰਨਾ ਹਜ਼ਾਰੇ ਦੀ ਪਿੱਠ ਤੇ ਛੁਰਾ ਮਾਰਿਆ ਤੇ ਸਾਰਿਆਂ ਨੂੰ ਕੱਢਤਾ। ਵਕੀਲ ਕੀ ਸੀ, ਕਿਹੜੇ ਸੀ, ਸ਼ਾਂਤੀ ਭੂਸ਼ਣ, ਸਾਰਿਆਂ ਨੂੰ ਕੱਢਤਾ ਉਹਨੇ। ਜੋਗਿੰਦਰ ਯਾਦਵ, ਸਾਰੇ ਜਿੰਨੇ ਸਾਰੇ ਕਿ ਭੱਜ ਗਏ। ਐਕਤੀ 20 MLA ਜਿੱਤੇ, 11 ਭੱਜ ਗਏ ਤੇ 9 ਭੱਜਣ ਨੂੰ ਤਿਆਰ ਆ, ਪਰ ਕੋਈ ਲੈਂਦਾ ਨਹੀਂ ਉਹਨਾਂ ਨੂੰ। ਕੀ ਤੁਸੀਂ ਇਸ ਪਾਰਟੀ ਨੂੰ ਟਰਸਟ ਕਰ ਸਕਦੇ ਹੋ? ਹੁਣ ਇਹਨਾਂ ਦਾ ਫੇਸ ਭਗਵੰਤ ਮਾਨ ਹੈ। ਕੀ ਭਗਵੰਤ ਮਾਨ ਦਾ ਵਿਜ਼ਨ ਹੈ ਕਿ ਉਹਨੇ ਪੰਜਾਬ ਨੂੰ ਡਿਵੈਲਪ ਲੈ ਜਾਊਗਾ? ਕੀ ਉਹ ਤੁਹਾਨੂੰ, ਤੁਸੀਂ ਆਪਣਾ ਫਿਊਚਰ ਉਹਦੇ ਹੱਥ 'ਚ ਦੇ ਦੋਗੇ? ਜਿਹੜਾ ਇਹਨਾਂ ਦਾ ਪ੍ਰੈਜ਼ੀਡੈਂਟ ਹੈ ਹੁਣ, ਆ ਸਟੇਜ ਤੇ ਆਇਆ ਸੰਗਰੂਰ 'ਚ ਕੋਈ 7-8 ਮਹੀਨੇ ਪਹਿਲੇ, ਆਪਣੀ ਮਾਂ ਨੂੰ ਸਟੇਜ ਤੇ ਲੈ ਕੇ ਆਇਆ। ਕਿਸ ਵਾਸਤੇ ਲੈ ਕੇ ਆਇਆ? ਲੋਕਾਂ ਨੂੰ ਦੱਸਣ ਵਾਸਤੇ ਕਿ ਮੈਂ ਆਪਣੇ ਮਾਂ ਨੂੰ ਅੱਗੇ ਲਿਆ, ਮਾਂ ਦੇ ਸਿਰ ਤੇ ਹੱਥ ਰੱਖਿਆ ਕਿ ਜੀ ਅੱਜ ਤੋਂ ਮੈਂ ਸ਼ਰਾਬ ਛੱਡੀ। ਹੁਣ ਉਹਨਾਂ ਦਾ ਪ੍ਰੈਜ਼ੀਡੈਂਟ ਲੋਕਾਂ ਨੂੰ ਐਂ ਕਹਿਣ ਦਾ ਵਿਜ਼ਨ ਕੀ ਦੱਸਦਾ ਕਿ ਮੈਂ ਅੱਜ ਸ਼ਰਾਬ ਛੱਡੀ ਹੈ। ਹਫ਼ਤੇ ਬਾਅਦ ਡੱਕਿਆ ਪਿਆ ਸ਼ਰਾਬ ਦਾ। ਉਹਦੇ ਬਾਅਦ ਮੈਨੂੰ ਪਾਰਲੀਮੈਂਟ ਵੀ ਮਿਲਿਆ ਸੀ, ਹੁਣੀ ਐਕਟੀ ਜਦੋਂ ਪਾਰਲੀਮੈਂਟ ਸੀ, ਮੈਨੂੰ ਪੁੱਛ, ਹੀ ਵਾਸ ਸਮੈਲਿੰਗ, ਬਹੁਤ ਦਿਨੇ ਪੀਣ, ਉਹ ਐਡਿਕਟ ਹੈ। ਹੁਣ ਉਹ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਤੂੰ ਤਾਂ ਮਾਂ ਦੀ ਸੌ ਕੋਈ ਯਾਰ ਰਾਤ ਗਈ ਬਾਤ ਗਈ, ਆਪਾਂ ਕਿਹੜਾ ਗਏ। ਹੁਣ ਇਹ ਜਿਹਾ ਬੰਦਾ ਜਿਹੜਾ ਅੱਛਾ ਜਦੋਂ ਪੀਣ ਲੱਗ ਜਾਂਦਾ ਫਿਰ 6-6 ਦਿਨ ਲਗਾਤਾਰ ਪੀਂਦਾ, ਐ ਦਿਨ ਰਾਤ, ਐ ਨਹੀਂ ਕਿ ਸ਼ਾਮ ਦਾ ਇਵਨਿੰਗ, ਫਿਰ 6-6 ਦਿਨ। ਮੈਂ ਤਾਂ ਹੱਸ ਰਿਹਾ ਸੀ, ਮੈਂ ਕਿਹਾ ਜੇ ਉਹ ਬਾਈ ਚਾਂਸ ਜਿੱਤ ਗਿਆ, ਉਹਨੂੰ ਖੁਸ਼ੀ ਹੈ ਨਹੀਂ ਹੋਣੀ ਨਾ, 5-2-4 ਬੋਤਲਾਂ ਪੀ ਨਾ, ਹਫ਼ਤਾ 10 ਦਿਨ ਤਾਂ ਚੀਫ ਮਿਨਿਸਟਰ ਦੀ ਸਵੇਰੇ ਹੀ ਨਹੀਂ ਹੋਣੀ, ਕੋਈ ਡੱਕਿਆ ਪਿਆ ਚੀਫ ਮਿਨਿਸਟਰ। ਸੋ ਮੈਂ ਆਹੀ ਬੇਨਤੀ ਕਰਨਾ ਚਾਹੁੰਦਾ, ਜੇ ਤੁਸੀਂ ਮੈਰਿਟ ਤੇ ਫੈਸਲਾ ਕਰੋਗੇ, ਆ ਜਿਹੜੀਆਂ ਚੀਜ਼ਾਂ ਆਪਾਂ, ਤੁਹਾਨੂੰ 2 ਗੱਲਾਂ ਚਾਹੀਦੀਆਂ। ਇੱਕ ਤਾਂ ਪੋਜ਼ਿਟਿਵ ਥਿੰਕਿੰਗ ਮੈਨ, ਜਿਹੜਾ ਲੀਡਰ ਪੋਜ਼ਿਟਿਵ ਹੋਊਗਾ ਉਹ ਹਰ ਚੀਜ਼ ਉਹਦੇ ਨੇੜੇ ਤੇੜੇ ਵੀ ਪੋਜ਼ਿਟਿਵਿਟੀ ਹੋ ਜਾਊਗਾ। ਕਈ ਹੁੰਦੇ ਨੈਗੇਟਿਵ ਥਿੰਕਿੰਗ, ਜਿਹੜਾ ਨੈਗੇਟਿਵ ਅਫਸਰ ਹੋਊਗਾ, ਪੋਲੀਟੀਸ਼ੀਅਨ ਹੋਊਗਾ, ਉਹਦੇ ਨਾਲ ਨੈਗੇਟਿਵਿਟੀ ਹੋਊਗੀ, ਉਹ ਕਿਤੇ ਪੰਜਾਬ ਪ੍ਰੋਗਰੈਸ ਨਹੀਂ ਕਰਦਾ। ਪੈਸੇ ਦੀ ਕਮੀ ਖਜ਼ਾਨੇ 'ਚ ਨਹੀਂ ਹੈ। ਯੂ ਨੀਡ ਟੂ ਥਿੰਕ ਬਿਗ, ਯੂ ਵਿਲ ਅਚੀਵ ਬਿਗ। If you think small, you achieve small. I always think big. ਜੇ ਮੈਂ ਕੋਈ ਸੋਚ ਸਕਦਾ ਸੀ, ਜਦੋਂ ਅੱਜ ਤੁਸੀਂ ਬਠਿੰਡੇ ਜਾਂਦੇ ਹੋ, ਤੁਸੀਂ ਰਾਤ ਨੂੰ ਜਾ ਕੇ ਦੇਖੋ, ਬਠਿੰਡੇ ਜੋ ਲਿਟ ਅਪ ਹਾਈਵੇਜ਼ ਹੈ, ਲਾਈਫ ਚੇਂਜਿੰਗ ਐਕਸਪੀਰੀਅੰਸ ਆ। ਹੁਣ ਪੂਰੇ ਪੰਜਾਬ 'ਚ ਮੈਂ ਨਹੀਂ ਕੀਤਾ ਕਿ ਇੱਕ ਸੜਕ ਬਣਾਈ। ਜਦੋਂ ਮੈਂ ਫੈਸਲਾ ਕੀਤਾ, ਮੈਂ ਨਕਸ਼ਾ ਰੱਖ ਲਿਆ ਪੰਜਾਬ ਦਾ, ਮੈਂ ਕਿਹਾ ਸਾਰੀਆਂ ਸੜਕਾਂ ਦੱਸੋ ਕਿੱਥੇ ਕਿੱਥੇ ਚਾਹੀਦੀਆਂ। ਐਟ ਵਨ ਗੋ ਮੈਂ ਸਾਰੇ ਐਕਸਪ੍ਰੈਸਵੇ ਮਨਜ਼ੂਰ ਕਰਾਤੇ। ਇੱਕ ਰਾਤ ਮੈਂ ਬੈਠਾ ਸੀ, CM ਸਾਹਿਬ ਬਾਦਲ ਸਾਹਿਬ ਦੇ ਨਾਲ ਸੀ, ਮੈਂ PWD ਮਹਿਕਮੇ ਨੂੰ ਬੁਲਾਇਆ, ਮੈਂ ਕਿਹਾ ਯਾਰ ਰੇਲਵੇ ਫਾਟਕ ਕਿੰਨੇ ਆ ਆਪਣੀ ਸੜਕਾਂ 'ਤੇ?
पहले याद करो हर दूजी दे रेलवे फाटक आ जाते खड़ जाते सी 197 रोड्स से मेन रोड से रेलवे फाटक सी मैं कहा यार चक्को 197 मंजूर करो वी कंप्लीटेड ऑल ऑफ देम इन 1.5 ईयर रेलवे फाटक पावर प्लांट हुण जिहड़ी वड्डी सड़क मैं जिहड़ी अप्रूव कराई है जिहड़ी हुण सिरे भी मैं नहीं लाउणी है कंस्ट्रक्शन ही मैं ही शुरू कराऊंगा परमात्मा मेरे जिन वो हैगी अमृतसर अमृतसर दिल्ली अमृतसर कटड़ा ओरिजिनली सी वो एक्सप्रैसवे सी ओरिजिनली मैं शुरू की सी दिल्ली तो अमृतसर पर बीजेपी वाले ने कटड़ा भी जोड़ता नाल मैं कोई गल नहीं अपन तो फायदा ही है हाँ उदों की सी मैं गया सी गडकरी साहब को मैं क्या जी यार फुट रूलर लै गया मैं क्या जी पंजाब का नक्शा दिल्ली का नक्शा है तुम सीधा देखो दिल्ली तो अमृतसर का फर्क आप विल के आने उधर दी मैं क्या जी थोड़ा 100 किलोमीटर घटूगा तो तुम देखोगे किन्नी पेट्रोल बचूगा किन्नियां जाना बचनगियां कितना टाइम सेव होगा हुण जिहड़ा दिल्ली अमृतसर एक्सप्रैसवे है उसका डिस्टेंस है 310 किलोमीटरस मतलब 3 आवर्स इन ड्राइविंग कार से अमृतसर किन्हें जहाज से चढ़ना इतों जो थोड़े को एक्सप्रैसवे बन गया सो थोड़िया जो ना यू नीड अ लीडर हु कैन थिंक एंड प्लान जे कोई लीडर का कला सोचूगा चीफ मिनिस्टर सोचूगा कि जी इस गली च मैं एक खड़वंजा लाना है वो थिंकिंग ही इस लैवल की है ना तो फिर खड़वंजे ही पूरी जिंदगी लाते रहने पैच ही लाते रहने हुण चन्नी है डू यू विजुलाइज हिम एज द चीफ मिनिस्टर फ्यूचर वो ड्रामे अपने आप ही ड्रामे वो सोचता कि मैं ही वॉन्ट्स टू बिहेव एज इफ ना कि मैं बेचारा बना करके मैं SSP ਨੂੰ ਪੁੱਛਿਆ मैं क्या यार वो ਜਿਹੜੀ ਤੁਸੀਂ कहना कि गां पता ਕਿਹੜੀ ਡਿੱਗੀ ਸੀ ਟੋਏ 'ਚ मैं क्या यार चीफ मिनिस्टर ਗੱਡੀ जा रही है पूरी स्पीडा तो पायलट चल रही है तो मैं क्या ਐ ਕਿਵੇਂ ਤੁਹਾਨੂੰ ਲੱਭ ਗਈ ਉਹ ਕਹਿੰਦਾ ਜੀ ਸਾਨੂੰ ਕਿਹਾ ਸੀ ਪਹਿਲੇ ਟੋਏ 'ਚ ਵਾੜ ਦੋ ਉਹਨੂੰ ਤੇ ਮੈਂ ਟੱਪੂਗਾ ਫਿਰ ਆਪਾਂ ਪੰਜਾਬ ਪੁਲਿਸ ਤੋਂ ਕਢਾ ਲਾਂਗੇ ਮੈਂ ਕਿਹਾ ਗੱਲ ਠੀਕ ਹੈ ਤੇਰੀ ਹੁਣ ਉਹਨਾਂ ਨੇ ਹਰ ਰੋਜ਼ ਨਿਊਜ਼ ਬਣਾਉਣੀ ਹੈ ਹੁਣ ਕਹਿੰਦਾ ਜੀ ਮੈਂ ਮੰਜੇ ਵੀ ਬੁਣ ਸਕਦਾ ਹਾਂ ਮੈਂ ਧਾਰਾਂ ਵੀ ਕੱਢਦਾ ਹਾਂ ਹੁਣ ਚੀਫ ਮਿਨਿਸਟਰ ਜੋ ਜੇ ਧਾਰਾਂ ਕਢਾਉਣੀਆਂ ਤਾਂ ਆਪਾਂ ਬੁਲਾ ਲੈਂਦੇ ਉਹਨੂੰ ਪਰ ਜੇ ਤੁਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਵਿਦ ਅ ਵਿਜ਼ਨ ਵਿਦ ਅ ਪਲਾਨ ਪੰਜਾਬ ਕੈਨ ਗੋ ਫਾਰ ਜੇ ਬਾਈ ਚਾਂਸ ਮੈਂ ਤੁਹਾਨੂੰ ਅੱਜ ਦੱਸਦਾ ਜੇ ਬਾਈ ਚਾਂਸ अपनी सरकार रही ना वी वुड हैव बीन वेरी फार अहेड अमृतसर वास्ते आई हैड टेकन अमृतसर एज माई ओन होम क्योंकि गुरु की नगरी है मेड इट माई पैशन कि आई वॉन्ट टू मेक इट द मोस्ट ब्यूटिफुल प्लेस आई हैड वॉन्टेड टू मेक इट वन IT हब हैदराबाद ते बैंगलोर मंगू एंड फॉर दैट बेसिक रिक्वायरमेंट वॉज एक एयरपोर्ट एक 5 स्टार होटल सो मैं सारिया चीज़ा इतने लिया IT हब एंड वन ऑफ द बिगेस्ट कन्वेंशन सेंटर्स फ्रैंकफर्ट जी आप फ्रैंकफर्ट की गल करते हैं फ्रैंकफर्ट टाउन इस कुछ नहीं है कला कन्वेंशन सेंटर है कले कन्वेंशन सेंटर ने वो फ्रैंकफर्ट शहर को चलाया है हाँ आइड सारिया जगह भी कन्वेंशन इत्थे बनूगा इत्थे IT सेक्टर बनूगा सो दैट इत्थे टूरिज्म मेरा मकसद है घट तो घट 3 या 4 दिन इत्थे लोकी टूरिज्म रहन अज होटल क्यों भरे आ क्योंकि हैरिटेज स्ट्रीट नाल ये चीज़ां बनाई एक मेरे को इत्थे थीन डैम है विच इज़ हार्डली अबाउट मैं लगता 100-125 किलोमीटर है पठानकोट तो 20 किलोमीटर अगे है इट्स एन 80 किलोमीटर लॉन्ग लेक इन पंजाब 80 किलोमीटर की लेक है विथ 3 आइलैंड्स एंड आई एम गोइंग टू मेक इट द नैक्सट इंटरटेनमेंट हब इंडिया का उत्थे मैंने सारा कुछ कर लिया सी मैं जमीन भी लै ली सी मैं जमीन भी लै ली सी इंटरनेशनल बिड भी बना ली सी पर जो सरकार बदली तो अज के दिन फाइल उत्थे ही खड़ी है सो मैं ज़्यादा समा नहीं लेना चाहता मैं क्या क्रिकेट स्टेडियम तो असी बहुत चीज़ा मैं तो एक होर भी प्लान सी मेरा मैं तो हुण तुसी सरकार बना दिओ जिवें हैरिटेज स्ट्रीट बनाई है ना आई विल कन्वर्ट द कंप्लीट वर्ल्ड सिटी वो मंगू बिकॉज दैट वी उन शो जिमें यूरोप जाने छोटी छोटी गलियां दे विचों निकलते हैं वी विल डिजाइन इट एंड क्रिएट द होल वर्ल्ड
1,500 ਕਰੋੜ ਲੱਗਣਾ ਹੈ। ਤੁਸੀਂ ਦੇਖੋ ਇੰਡੀਆਜ਼ ਫਰਸਟ ਫੁੱਲ ਸਿਟੀ ਦੇ ਵਿੱਚ ਅਸੀਂ ਕਿਵੇਂ ਕਰ ਸਕਦੇ। ਯੂ ਨੋ ਆਹ ਚੀਜ਼ਾਂ ਬਹੁਤ ਸੌਖੀਆਂ। ਹੁਣ ਮੈਂ ਤੁਸੀਂ ਕਹਿੰਦਾ ਕਿ ਆਪਣਾ ਇੱਕ ਹੋਰ ਮੇਰੀ ਗੱਲ ਹੈ, ਆਈ ਵਿਲ ਮੇਕ ਵਿਦਨ 1 year ਪੰਜਾਬ ਗਵਰਨਮੈਂਟ ਪੇਪਰਲੈਸ, ਐਵਰੀਥਿੰਗ ਵਿਲ ਬੀ ਆਨਲਾਈਨ, ਐਵਰੀਥਿੰਗ ਪੇਪਰਲੈਸ ਗਵਰਨਮੈਂਟ, ਕੋਈ ਔਖਾ ਨਹੀਂ ਹੈ। ਮੈਂ ਜਿਹੜੀ ਇਨਵੈਸਟ ਪੰਜਾਬ ਖੋਲ੍ਹਿਆ ਸੀ ਇੰਡਸਟਰੀ ਨੂੰ ਉੱਥੇ ਅਪਲਾਈ ਕਰਨ ਵਾਸਤੇ, 35 ਡਿਪਾਰਟਮੈਂਟ ਸਾਰੇ ਇੱਕ ਦਫ਼ਤਰ 'ਚ ਕਰਤੇ ਸੀ, ਐਂਡ 30 ਡੇਜ਼ ਦਾ ਟਾਈਮ ਸੀ ਕੰਪਲੀਟ ਕਰਨ ਦਾ, ਹੋਣਾ ਸ਼ੁਰੂ ਹੋ ਗਿਆ ਸੀ। ਪਰ ਇਹਨਾਂ ਦੀ ਸਰਕਾਰ ਆਈ, ਉਹ 35 ਡਿਪਾਰਟਮੈਂਟ ਵਾਪਸ ਉਹ ਆਪਣੇ ਆਪਣੇ ਡਿਪਾਰਟਮੈਂਟ 'ਚ ਭੇਜਤੇ। ਆਹ ਗਵਰਨਮੈਂਟ ਜਿਹੜੀ ਆਈ ਹੈ ਡਿਸਟਰਕਟਿਵ ਗਵਰਨਮੈਂਟ ਆਈ ਹੈ। ਇਹਨਾਂ ਨੇ ਕੁਛ ਚੀਜ਼ ਨਵੀਂ ਕੀ ਦੇਣੀ ਸੀ, ਸਾਰਿਆਂ ਕੁਛ ਹੀ ਇਹਨਾਂ ਨੇ ਡੀਸਟੇਬਲਾਈਜ਼ ਕਰਤਾ। ਸੋ ਮੈਂ ਅਖੀਰ 'ਚ ਆਹੀ ਕਹਿਣਾ ਚਾਹੁੰਦਾ, ਜੋਸ਼ੀ ਜੀ ਵਰਗਾ ਵਿਧਾਇਕ ਤੁਹਾਨੂੰ ਮਿਲ ਨਹੀਂ ਸਕਦਾ, ਕਿਉਂਕਿ ਜਿੰਨਾ ਇਹਨਾਂ ਨੇ ਕੰਮ ਕੀਤਾ ਕੋਈ ਕਰ ਨਹੀਂ ਸਕਦਾ। ਹਲੇ ਵੀ ਟੈਨਸ਼ਨ ਹੋਈ ਪਈ ਆ, ਦਿਲ ਐ ਕਰਦਾ ਹੈ ਕੰਮ ਕਰਕੇ ਹੈ। ਨਹੀਂ ਮੈਂ ਗੱਲ ਸਹੀ ਹੈ। ਅੱਛਾ ਦੁੱਖ ਉਦੋਂ ਆਉਂਦਾ ਜੇ ਤੁਸੀਂ ਡੱਕਾ ਨਾ ਤੋੜੋ ਨਾ, ਤੇ ਹਾਰ ਜੋ ਕੋਈ ਫਰਕ ਨਹੀਂ ਪੈਂਦਾ ਯਾਰ, ਕੀ ਆਪਾਂ ਵੀ ਕਿਹੜਾ ਠੱਗੀ ਮਾਰੀ ਸੀ ਤੇ ਕਰੇ। ਪਰ ਜੇ ਬੰਦਾ ਸੇਵਾ ਕਰੋ, ਮੇਰੇ ਹਲਕੇ ਤੋਂ ਵੱਧ ਇਹਨੇ ਨਾਰਥ ਪੈਸਾ ਲਾਇਆ। ਮੈਨੂੰ ਲੱਗਦਾ ਲੋਕਲ ਬਾਡੀ ਡਿਪਾਰਟਮੈਂਟ ਇੰਪਰੂਵਮੈਂਟ ਰਾਜ ਖੁਰਚ ਕੇ ਮੈਨੂੰ ਲੱਗਦਾ ਕੋਈ ਬੈਂਕ ਅਕਾਊਂਟ ਤਾਂ 0 ਨਿਲ ਕਰਤੇ ਸਾਰੇ ਹਲਕੇ ਵਾਸਤੇ। ਦੇਖੋ ਪੈਸ਼ਨ, ਹੀ ਹੈਜ਼ ਪੈਸ਼ਨ। ਇੱਕ ਬੰਦੇ ਦਾ ਪੈਸ਼ਨ ਚਾਹੀਦਾ ਜੀ, ਵਿਦਾਊਟ ਪੈਸ਼ਨ ਤੁਸੀਂ ਕਰ ਨਹੀਂ ਸਕਦਾ। ਜਿਵੇਂ ਆਈ ਹੈਵ ਪੈਸ਼ਨ ਟੂ ਬਿਲਡ ਪੰਜਾਬ, ਇਟਸ ਮਾਈ ਪੈਸ਼ਨ, ਐਂਡ ਕੋਈ ਆਸਾਨ ਨਹੀਂ ਹੈ, ਇਟਸ ਮਾਈ ਪੈਸ਼ਨ। ਆਈ ਫੀਲ ਗ੍ਰੇਟ ਵੈਨ ਆਮ ਡਰਾਈਵਿੰਗ, ਆਈ ਟੈਲ ਮਾਈ ਕਿਡਸ, ਮੇਰੇ ਬੱਚੇ, ਮੈਂ ਕਿਹਾ ਜੀ ਯੋਰ ਡੈਡ ਹੈਜ਼ ਬਿਲਡ ਥੀਸ ਰੋਡਸ। ਹੈਰੀਟੇਜ ਸਟਰੀਟ ਜਾਂਦੇ ਹੈ, ਆਈ ਫੀਲ ਗੁੱਡ ਕਿ ਆਪਾਂ ਕੋਈ ਕੰਟਰੀਬਿਊਟ ਕਰ ਚੁੱਕੇ ਟੂ ਦ ਸੋਸਾਇਟੀ, ਐਂਡ ਹੀ ਇਜ਼ ਡਨ ਦ ਸੇਮ ਥਿੰਗ। ਸੋ ਇਫ ਯੂ ਚੂਜ਼ ਆਰ ਟੀਮ, same team can deliver amazing things for Punjab, but it all depends on you. ਅਸੀਂ ਤਾਂ ਕੱਲੇ ਕੇਜ में ना ਵਕਾਲਤ ਚੀਫ ਜਸਟਿਸ ਸਾਹਿਬ ਨੇ ਕੇਸ ਰੱਖਤਾ ਹੈ, ਹੁਣ ਫੈਸਲਾ ਤੁਹਾਡੇ ਹੱਥ 'ਚ ਹੈ। next 5 years depends on your decision. Either Punjab goes down sliding, the more worst people for the state is Aam Aadmi Party. Shromani Akali Dal is the only party of the state. सब तो बड़ी जरूरी है। आम आदमी का कोई इंटरेस्ट नहीं इत्थे, इट इज जस्ट एक्विजिशन कि असी नवी चीज़ ले ली है। साढ़े वास्ते आज जान है, कांग्रेस वास्ते भी कुछ नहीं है, बीजेपी वास्ते एग्जाम्पल। मैं छोटा सा एग्जाम्पल दे देना है, हाउ द लोकल लीडरशिप ऑफ द वेरियस पार्टीज हैज़ नॉट दैट मच अटैचमेंट। जोशी जी थोड़े सामने एग्जाम्पल है, बीजेपी ने फार्म लॉज बनाए सेंटर ने, पंजाब की बीजेपी की लीडर की हिम्मत नहीं हुई कि उन्होंने अपोज कर लैन। जोशी जी करके निकले, पर ही हैड टू गो आउट। किते भी पंजाब का इंटरस्ट क्लैश होया गवर्नमेंट ऑफ इंडिया नाल, किसी ने नहीं, तिन्ने पार्टियां ने अपनी स्टैंड लेना, कल्ले स्टैंड लैन वाला लड़ाई लड़ने वाले असीं हैं कल्ले। सो रीजनल पार्टीज की जो सोच है, असी तो पंजाब के बॉर्डर तो बाद साड़ी सोच ही नहीं, असी तो इत्थे ही है। एंड फॉर अस कम्यूनल हार्मनी पीस इज द नंबर 1 एजेंडा ऑफ आर पार्टी एज वेल एज दिस थिंग। सो मैं अखीर मैं भी बहुत टाइम ले लिया, मैं तो मैं तो जोशी जी ने कहा सी कि आप मेक इट इनफॉर्मल, बिकॉज लैक्चर तो तुसीं रोज़ टीवी ते सुनते हो, सारा कुछ है, पर he also spoke from his heart and I am also speaking from my heart. Decision is yours, but take a right decision. Thank you.